Hello friends, it's Vanna here. Welcome back to my YouTube channel. I hope you guys are doing great. ਤਾਂ ਜਿਵੇਂ ਕਿ ਤੁਹਾਨੂੰ ਸਾਇੰਸ ਦੇ ਆਨਸਰ ਕੀ ਦੀ ਵੇਟ ਸੀਗੀ ਤਾਂ ਜਲਦੀ ਡਿਸਕਸ ਕਰ ਲੈਂਦੇ ਆ ਕੁਐਸਚਨ। ਤਾਂ ਸਭ ਤੋਂ ਪਹਿਲੇ ਮੈਂ ਦੱਸਦਾ ਕਿ ਤੁਹਾਨੂੰ 100% ਇਹ ਸਾਰੇ ਆਨਸਰ ਸਹੀ ਮਿਲਣਗੇ। ਠੀਕ ਹੈ ਜੀ, ਬਿਲਕੁਲ ਸਾਰੇ ਚੈੱਕ ਕਰਕੇ ਹੀ ਉਹ ਕੀਤੇ ਨੇ ਤੇ ਤੁਸੀਂ ਇਹਨਾਂ ਤੇ ਰਿਲਾਈ ਕਰ ਸਕਦੇ ਹੋ। ਤਾਂ ਕਰਦੇ ਆ ਪਹਿਲਾ ਕੁਐਸਚਨ। ਮੈਗਨੈਟਿਕ ਫੀਲਡ ਲਾਈਨਸ ਆਲਵੇਜ਼ ਫਾਰਮ ਪੋਜ਼ਿਟਿਵ ਚਾਰਜ ਲਾਈਨਸ, ਨੈਗੇਟਿਵ ਚਾਰਜ ਲਾਈਨਸ, ਟੂ ਐਲੀਮੈਂਟਰੀ ਲੂਪਸ, ਇਲੈਕਟ੍ਰਿਕ ਮੋਨੋਪੋਲ ਜਾਂ ਕਲੋਜ਼ਡ ਲੂਪ। ਤਾਂ ਇਹਦਾ ਸਿੰਪਲ ਆਨਸਰ ਹੈ ਡੀ। ਠੀਕ ਹੈ, ਕਲੋਜ਼ਡ ਲੂਪ। ਤਾਂ ਡੀ ਦਾ ਸਹੀ ਆਨਸਰ ਹੈ। The natural resource on which mankind is dependent are not provided by the sphere। ਠੀਕ ਹੈ, ਕਿਹੜੇ ਸਫੀਅਰ ਰਾਹੀਂ ਨਹੀਂ ਆਪਾਂ ਨੂੰ ਕੋਈ ਵੀ ਰਿਸੋਰਸਸ ਮਿਲਦਾ। ਕਈ ਲੋਕ ਮਤਲਬ ਤਰ੍ਹਾਂ ਦੇ ਵਿਊਜ਼ ਨੇ। ਤਾਂ ਸਿੰਪਲ ਹੈ, ਆਇਨੋਸਫੀਅਰ ਆਊਗਾ। ਆਇਨੋਸਫੀਅਰ ਜ਼ਰੂਰ ਐਟਮੋਸਫੀਅਰ ਦਾ ਪਾਰਟ ਹੈ, ਬਟ ਇਸ ਨਾਲ ਮੈਨਕਾਈਂਡ ਨੂੰ ਨਹੀਂ ਮਤਲਬ ਕੁਝ ਵੀ ਉਹ ਮਿਲ ਰਿਹਾ। ਠੀਕ ਹੈ, ਬਾਇਓਸਫੀਅਰ ਤੋਂ ਤਾਂ ਆਪਾਂ ਨੂੰ ਜਿਵੇਂ ਜੀਵ ਆਪਾਂ ਰਹਿ ਰਹੇ ਹਾਂ, ਹਾਈਡਰੋਸਫੀਅਰ ਪਾਣੀ, ਐਟਮੋਸਫੀਅਰ ਹਵਾ, ਤਾਂ ਇਹ ਤਿੰਨਾਂ ਤੋਂ ਆਪਾਂ ਨੂੰ ਨੈਚੁਰਲ ਸੋਰਸਸ ਮਿਲਦੇ ਨੇ, ਆਇਨੋਸਫੀਅਰ ਤੋਂ ਨਹੀਂ ਮਿਲਦੇ। ਇਹਦਾ ਆਨਸਰ ਡੀ ਹੋਊਗਾ। ਲੈਂਡ ਇਜ਼ ਦਾ ਮੋਸਟ ਇੰਪੋਰਟੈਂਟ ਸੋਰਸ ਫॉर ਫੂਡ ਪ੍ਰੋਡਕਸ਼ਨ, ਐਨੀਮਲ ਹਸਬੈਂਡਰੀ ਜਾਂ ਹਿਊਮਨ ਸੈਟਲਮੈਂਟ। ਤਾਂ ਤਿੰਨਾਂ ਵਾਸਤੇ ਹੀ ਲੈਂਡ ਇੰਪੋਰਟੈਂਟ ਹੈ, ਤਾਂ ਇਹਦਾ ਆਨਸਰ ਹੋਊਗਾ ਡੀ। ਠੀਕ ਹੈ, ਇਹਦਾ ਰਾਈਟ ਆਨਸਰ ਹੋਊਗਾ ਡੀ। ਵਿਚ ਆਫ ਦਾ ਫੋਲੋਇੰਗ ਇਜ਼ ਕੰਸੀਡਰਡ ਐਜ਼ ਐਕੁਆਟਿਕ ਇਕੋਸਿਸਟਮ। ਇਕੁਆਟਿਕ ਦੇਖੋ ਜਿਵੇਂ ਆਪਾਂ ਕਹਦੇ ਜਲ ਮਤਲਬ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਨਾਲ ਰਿਲੇਟਡ ਹੈ, ਤਾਂ ਆਪਾਂ ਇਹਨੂੰ ਵੈਟਲੈਂਡ ਨਾਲ ਰਿਲੇਟ ਕਰ ਸਕਦੇ ਹਾਂ। ਠੀਕ ਹੈ, ਆਈਲੈਂਡ ਫੋਰੈਸਟ ਮਾਊਂਟੇਨ ਨਹੀਂ, ਦਾ ਆਨਸਰ ਹੋਊਗਾ ਏ। When a current I is flowing and V be the potential difference between the ends of the conductor, the OH and loss states है। ਇਹ ਤਾਂ ਜਿਹਨੂੰ ਪਤਾ ਤਾਂ ਲਾਤਾ ਹੋਊਗਾ, ਕਈਆਂ ਦਾ ਤੁੱਕਾ ਵੀ ਲੱਗ ਗਿਆ ਹੋਊਗਾ। ਤਾਂ ਇਹਦਾ ਆਨਸਰ ਹੈ V is equal to RI। ਠੀਕ ਹੈ, ਸਿੰਪਲ। ਇਹਦਾ ਤੁਸੀਂ B ਆਨਸਰ ਰੱਖ ਸਕਦੇ ਹੋ। During lightning in the sky, strong electric current is generated from terrestrial interaction in। ਦੇਖੋ ਇਹਦੇ different ਵਿਊਜ਼ ਹੈ ਇਸ ਦੇ ਬਾਰੇ ਵੀ, ਬਟ ਜੋ ਮੇਰੀ ਸਮਝ ਕਹਿੰਦੀ ਹੈ, ਕਾਫੀ ਸਰਚ ਕੀਤਾ ਪਰ ਮਿਲਿਆ ਤਾਂ ਨਹੀਂ। ਪਰ ਇੰਨਾ ਪਤਾ ਹੈ ਕਿ ਟ੍ਰੋਪੋਸਫੀਅਰ ਜਿਹੜੀ ਅਪਰ ਲੇਅਰ ਹੁੰਦੀ ਹੈ ਐਟਮੋਸਫੀਅਰ ਚ, ਆਇਨੋਸਫੀਅਰ ਉਸ ਦਾ ਹੀ ਪਾਰਟ ਹੈ। ਤਾਂ ਇਹਨਾਂ ਦੋਨਾਂ ਵਿੱਚ ਇੰਟਰੈਕਸ਼ਨ ਦੀ ਪੋਸਿਬਿਲਿਟੀ ਜ਼ਿਆਦਾ ਹੈ। ਸੋ ਮੈਂ ਇਹਦਾ ਆਨਸਰ ਫਿਲਹਾਲ ਲਈ ਏ ਮੰਨ ਕੇ ਚੱਲਦੀ ਹਾਂ। ਤੁਸੀਂ 1% ਇਸ ਕੁਐਸਚਨ ਤੇ ਸਿਰਫ ਡਾਊਟ ਰੱਖ ਲੈਣਾ, ਬਾਕੀ ਸਾਰੇ ਕੁਐਸਚਨਸ ਵੈਰੀਫਾਈਡ ਹੀ ਹੈ। A compass needle suffers a deflection when placed near a wire carrying an electric current। This phenomena explains the evidence of। ਹੁਣ ਜਿਵੇਂ ਕੰਪਸ ਆਪਾਂ ਬਣਾਉਂਦੇ ਆ, ਇਹਦੇ ਵਿੱਚ ਆਪਾਂ ਨੀਡਲ ਹੈ, ਮੰਨ ਲਓ ਇਹਦੇ ਇੱਥੇ ਆਪਾਂ ਇਲੈਕਟ੍ਰਿਕ ਵਾਇਰ ਲੱਗਦੀ ਹੈ, ਇਹ ਡਿਫਲੈਕਟ ਕਰੇਗੀ, ਹਿੱਲੇਗੀ। ਤਾਂ ਇਹ ਕਿਸ ਚੀਜ਼ ਨੂੰ ਆਪਾਂ ਦਰਸਾ ਰਹੀ ਹੈ? ਇਹ ਦਰਸਾ ਰਹੀ ਹੈ ਵੀ ਇਲੈਕਟ੍ਰਿਕ ਤੇ ਮੈਗਨੈਟਿਕ ਫਿਨੋਮੇਨਾ। ਠੀਕ ਹੈ, ਤਾਂ ਇਹ ਸਿੰਪਲ ਇਹਦਾ ਇਹ ਵਾਲਾ ਆਨਸਰ ਆ ਜਾਣਾ ਸੀਗਾ ਡੀ। ਆਇਓਡੀਨ ਨੀਡਡ ਫॉर द ਸਿੰਥੇਸਿਸ ਆਫ ਹਾਰਮੋਨ। ਆਪਾਂ ਨੂੰ ਪਤਾ ਹੈ ਕਿ ਕਿਹੜਾ ਹਾਰਮੋਨ ਦੇ ਲਈ ਜ਼ਰੂਰੀ ਹੁੰਦਾ ਹੈ? ਥਾਇਰਾਇਡ ਹਾਰਮੋਨਸ ਦੇ ਲਈ ਫਾਇਦੇਮੰਦ ਹੁੰਦਾ ਆਇਓਡੀਨ। ਗੋਇਟਰ ਰੋਗ ਲਈ ਵੀ ਇੰਪੋਰਟੈਂਟ ਹੁੰਦਾ, ਆਪਾਂ ਨੂੰ ਪਤਾ ਥਾਇਰਾਇਡ ਲਈ ਵੀ ਇੰਪੋਰਟੈਂਟ ਹੁੰਦਾ। ਤਾਂ ਉਹਦੇ ਵਿੱਚ ਇਹ ਹਾਰਮੋਨਸ ਰਿਲੀਜ਼ ਕਰਦਾ ਹੈ ਥਾਇਰੋਕਸਿਨ। ਠੀਕ ਹੈ, ਥਾਇਰੋਕਸਿਨ ਦੇ ਲਈ ਸਿੰਥੇਸਿਸ ਦੇ ਲਈ ਆਇਓਡੀਨ ਜਿਹੜਾ ਹੈ ਫਾਇਦੇਮੰਦ ਹੁੰਦਾ। ਤਾਂ ਡੀ ਇਜ਼ ਦਾ ਰਾਈਟ ਆਨਸਰ। ਬੈਡ ਬਗ ਕੀ ਹੈ? ਬੈਡ ਬਗ ਮਤਲਬ ਉਹ ਵਾਲੇ ਆਰਗੈਨਿਜ਼ਮਸ ਹੁੰਦੇ ਨੇ ਜਿਵੇਂ which feed on other organisms ਕਹਿ ਲਓ ਜਾਂ plants ਕਹਿ ਲਓ। ਸੋ ਇਹਦਾ ਸਿੰਪਲ ਆਨਸਰ ਹੈ ਪੈਰਾਸਾਈਟ ਨੂੰ ਆਪਾਂ ਬੋਲਦੇ ਹਾਂ। ਠੀਕ ਹੈ ਜੀ, ਬੈਡ ਬਗ। ਲੋਟਸ ਇਜ਼ ਐਨ ਐਗਜ਼ਾਮਪਲ ਆਫ। ਲੋਟਸ ਦੇਖੋ ਵੈਸੇ ਤਾਂ ਜਿਨ ਪੜਿਆ ਹੋਊਗਾ ਤਾਂ ਹੀ ਆ ਸਕਦਾ, ਤੁੱਕਾ ਵੀ ਆ ਸਕਦਾ ਸੀ। ਹਾਈਡਰੋ ਪਾਣੀ ਦੇ ਵਿੱਚ ਰਹਿੰਦਾ ਜਿਵੇਂ ਕਮਲ ਦਾ ਫੁੱਲ, ਤਾਂ ਉਹਦੇ ਨਾਲ ਵੀ ਆਪਾਂ ਰਿਲੇਟ ਕਰ ਸਕਦੇ ਸੀ। ਹਾਈਡਰੋਫਾਈਟ ਤੁਸੀਂ ਤੁੱਕਾ ਲਾ ਸਕਦੇ ਸੀਗੇ। ਪਲਾਸਟਿਕ ਕੀ ਹੈ? ਪਲਾਸਟਿਕ ਇਨਸੂਲੇਟਰ ਹੈ। ਕਿਉਂ ਇਨਸੂਲੇਟਰ ਹੈ? ਕਿਉਂਕਿ ਇਹਦੇ ਵਿੱਚ ਬਿਜਲੀ ਜਿਹੜੀ ਹੈ ਈਜ਼ੀਲੀ ਨਹੀਂ ਪਾਸ ਕਰਦੀ ਹੈ ਨਾ। ਕੰਡਕਟਰ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਕੰਡਕਟਰ ਤਾਂ ਮੈਟਲਸ ਹੁੰਦੀਆਂ ਨੇ, ਜਿਵੇਂ ਆਇਰਨ ਹੋ ਗਈ ਹੈ ਨਾ, ਸਿਲਵਰ ਹੋ ਗਈ, ਇਹ ਸਭ ਕੁਝ। ਤੇ ਐਵੇਂ ਜਿਵੇਂ ਰਬੜ ਹੈ, ਰਬੜ ਵੀ ਇਨਸੂਲੇਟਰ ਹੈ। ਤਾਂ ਇਹ ਆਪਾਂ ਸਿੰਪਲ ਲਾ ਸਕਦੇ ਹਾਂ ਆਨਸਰ ਇਹਦਾ ਸੀ। The number of species of plants and animals that are present in region constitute ਵੀ ਉਹਨਾਂ ਦੀ ਗਿਣਤੀ ਨੂੰ ਕੀ ਕਹੇਗੇ? ਪਲਾਂਟਸ ਤੇ ਐਨੀਮਲ ਜੋ ਪ੍ਰੈਜ਼ੈਂਟ ਨੇ ਰੀਜਨ ਚ, ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਬਾਇਓਡਾਇਵਰਸਿਟੀ, ਜੈਵ ਵਿਭਿੰਨਤਾ। Sound is measured in unit called what? So it is called decibel। ਸਾਊਂਡ ਦੀ ਆਪਾਂ ਨੇ ਪੜ੍ਹੀ ਹੋਈ ਹੈ ਇਕਾਈ, ਇੰਗਲਿਸ਼ ਚ ਵੀ ਪੜ੍ਹੀ ਹੋਈ ਹੈ, DB, small d ਤੇ capital B। Environment ethics deals with the issue related to। ਬਿਲਕੁਲ ਸੌਖੇ ਇਹ ਵਾਲੇ ਕੁਐਸਚਨ ਸੌਖੇ ਸੀ ਪੈਡਾਗੋਜੀ ਦੇ। ਜਿਵੇਂ ਇਹ ਤਾਂ ਦੇਖੋ ਬਿਲਕੁਲ ਨੈਗੇਟਿਵ ਹੈ ਕਿ ਆਪਾਂ ਨੂੰ ਇਹ ਸਿਖਾਉਂਦਾ এনवायरमेंट ਐਥਿਕ, ਆਪਾਂ ਕਿਵੇਂ ਪੋਲਿਊਟ ਕਰੀਏ ਜਾਂ ਕਿਵੇਂ ਮੇਕ ਕਰੀਏ, ਕਿਵੇਂ ਡਿਸਟਰੋਏ ਕਰੀਏ। ਸਿੰਪਲ ਹੈ ਵੀ ਕਿਵੇਂ ਆਪਾਂ ਯੂਟਿਲਾਈਜ਼ ਕਰੀਏ ਤੇ ਡਿਸਟ੍ਰੀਬਿਊਟ ਕਰੀਏ ਰਿਸੋਰਸਸ ਨੂੰ। ਫੈਟ ਸੋਲੂਬਲ ਵਿਟਾਮਿਨ, ਇਹਦੇ ਵਿੱਚ ਸਭ ਨੂੰ ਹੀ ਮੌਜ ਹੈ। ਇਸ ਚ ਜਿਹੜਾ ਗਲਤ ਕਰਕੇ ਆਇਆ ਹੈ ਜਾਂ ਸਹੀ ਕਰਕੇ ਆਇਆ ਉਹਨੂੰ ਸਾਰਿਆਂ ਨੂੰ ਗ੍ਰੇਸ ਮਾਰਕ ਮਿਲੇਗੀ, ਕਿਉਂਕਿ ਬੀ ਤੇ ਸੀ ਨੇ ਜਿਹੜੇ ਇਹ ਤਾਂ ਵਾਟਰ ਸੋਲੂਬਲ ਨੇ, ਵਾਟਰ ਸੋਲੂਬਲ ਵਿਟਾਮਿਨਸ ਨੇ। ਠੀਕ ਹੈ, ਤੇ ਜਿਹੜੇ ਏ ਤੇ ਕੇ ਨੇ, ਇਹ ਡੀ ਵੀ ਹੈ ਤੇ ਈ ਵੀ ਹੈ, ਇਹ ਸਾਰੇ ਫੈਟ ਸੋਲੂਬਲ ਨੇ। ਹੁਣ ਇੱਕ ਇਹ ਦੋ ਆਪਾਂ ਨੂੰ ਇਹਨਾਂ ਨੇ ਆਨਸਰ ਦਿੱਤੇ, ਤਾਂ ਇਹਦਾ ਜਿਹੜਾ ਬੰਦਾ ਏ ਲਾ ਕੇ ਆਇਆ ਹੈ ਜਾਂ ਬੀ ਲਾ ਕੇ ਆਇਆ ਸੀ, ਇਹ ਸਭ ਦਾ ਸਹੀ ਹੈ ਵੈਸੇ ਆਨਸਰ। ਚਲੋ ਏ ਲਗਾਤਾ ਤਾਂ ਉਹ ਵੀ ਠੀਕ ਹੈ। ਤਾਂ ਕਹਿਣ ਤੋਂ ਭਾਵ ਹੈ ਜਿਸ ਵੀ ਕੁਐਸਚਨ ਦਾ ਇੱਕ ਤੋਂ ਜ਼ਿਆਦਾ ਆਨਸਰ ਹੈ ਉਹਦੀ ਗ੍ਰੇਸ ਮਾਰਕ ਸਾਰਿਆਂ ਨੂੰ ਮਿਲਦੀ ਹੈ। ਠੀਕ ਹੈ, ਮੁੱਕਦੀ ਗੱਲ ਇਹ ਹੈ। ਅੱਗੇ ਦੇਖੋ, which mineral is required for the formation of hemoglobin in blood।
ਤਾਂ ਸਿੰਪਲ ਆਇਰਨ ਜਿਹੜਾ ਹੁੰਦਾ ਉਹ ਫਾਰਮੇਸ਼ਨ ਆਫ ਹੀਮੋਗਲੋਬਿਨ ਇਨ ਬਲੱਡ ਦੇ ਵਿੱਚ ਹੈਲਪਫੁਲ ਹੁੰਦਾ ਹੈ। ਪੋਰਟਫੋਲੀਓ ਇਜ਼ ਅ ਟੂਲ ਟੂ ਮੈਜਰ, ਬਹੁਤ ਹੀ ਸੌਖਾ ਸੀਗਾ ਹਨਾ, ਪਲਾਂਟ ਦਾ ਗਰੋਥ, ਸ਼ਰਬ ਦਾ ਗਰੋਥ, ਐਨੀਮਲ ਦਾ ਗਰੋਥ, ਜਾਂ ਫਿਰ ਸਟੂਡੈਂਟ ਦਾ ਆਪਾਂ ਸਾਈਕੋਲੋਜੀ ਚ ਪੜਿਆ ਹੋਇਆ ਹੈ ਪੋਰਟਫੋਲੀਓ ਇੱਕ ਟੂਲ ਹੁੰਦਾ ਜਿਸ ਦੇ ਵਿੱਚ ਆਪਾਂ ਸਟੂਡੈਂਟਸ ਦੀ ਓਵਰਆਲ ਅਚੀਵਮੈਂਟ ਨੂੰ ਲਿਖਦੇ ਹਾਂ। ਰੇਟਿੰਗ ਸਕੇਲ ਇਨ ਬਿਹੇਵੀਅਰ ਮੈਜਰਮੈਂਟ ਯੂਜ਼ ਟੂ ਵੈਲੂਏਟ, ਕਈ ਲੋਕ ਇਹਦਾ ਬੀ ਆਂਸਰ ਕਰੀ ਜਾਂਦੇ ਨੇ ਇੰਟੈਲੈਕਚੁਅਲ ਕਰੈਕਟਰਿਸਟਿਕ। ਦੇਖੋ ਬਿਹੇਵੀਅਰ ਮੈਜਰਮੈਂਟ ਚ ਰੇਟਿੰਗ ਸਕੇਲ ਦੇ ਵਿੱਚ ਪਤਾ ਕੀ ਹੁੰਦਾ ਹੈ, ਰੇਟਿੰਗ ਸਕੇਲ ਦੇ ਵਿੱਚ ਪਰਸਨਲ ਟ੍ਰੇਟਸ ਬੱਚੇ ਦੀਆਂ ਨੂੰ ਉਹ ਕੀਤਾ ਜਾਂਦਾ ਹੈ, ਮੈਜਰ ਕੀਤਾ ਜਾਂਦਾ, ਰੇਟਿੰਗ ਦਿੱਤੀ ਜਾਂਦੀ ਹੈ, ਤਾਂ ਉਹ ਪਰਸਨੈਲਿਟੀ ਕਰੈਕਟਰਿਸਟਿਕਸ ਦੇ ਵਿੱਚ ਆ ਜਾਂਦਾ ਰੇਟਿੰਗ ਸਕੇਲ। ਠੀਕ ਹੈ, ਤਾਂ ਤੁਸੀਂ ਪਰਸਨੈਲਿਟੀ ਕਰੈਕਟਰਿਸਟਿਕਸ ਸਹੀ ਦਾ ਕਰੋਗੇ। ਬਲੈਕ ਬੋਰਡ ਕੀ ਹੈ, ਇਹ ਵੀ ਥੋੜਾ ਕਨਫਿਊਜ਼ਿੰਗ ਸੀਗਾ ਵੈਸੇ। ਚਲੋ ਬਲੈਕ ਬੋਰਡ ਦੇਖੋ ਕਿਸੇ ਪ੍ਰੋਜੈਕਟਰ ਨਾਲ ਤਾਂ ਨਹੀਂ ਨਾ ਦਿਖਾਇਆ ਜਾਂਦਾ, ਐਵੇਂ ਚਾਰਟਸ ਹੁੰਦੇ ਨੇ, ਇਹ ਸਾਰਾ ਕੁਝ ਨੋਨ ਪ੍ਰੋਜੈਕਟਡ ਚ ਆ ਜਾਂਦਾ ਹੈ। ਠੀਕ ਹੈ, ਬਲੈਕ ਬੋਰਡ ਹੋ ਗਏ, ਚਾਰਟ ਹੋ ਗਏ। ਸਾਈਕੋਮੋਟਰ ਡੋਮੇਨ ਆਫ ਲਰਨਿੰਗ ਹੈ, ਸਾਈਕੋਮੋਟਰ ਦੇਖੋ ਕੀ ਹੈ, ਸਾਈਕੋਮੋਟਰ ਹੋ ਗਈ, ਅਫੈਕਟਿਵ ਡੋਮੇਨ ਹੈ ਹਨਾ, ਫਿਰ ਆਪਣੇ ਕੋਲ ਹੈ ਕੋਗਨੀਟਿਵ ਡੋਮੇਨ ਹੈ। ਇਹ ਤੁਹਾਨੂੰ ਪਤਾ ਹੈ ਆਪਾਂ ਨੂੰ ਬਲੂਮ ਨੇ ਦਿੱਤੀਆਂ ਹੋਈਆਂ ਨੇ ਡੋਮੇਨਸ ਆਫ ਲਰਨਿੰਗ ਦੀਆਂ ਤਿੰਨ। ਇਹ ਇਮੋਸ਼ਨਸ ਨਾਲ ਰਿਲੇਟਡ ਹੈ, ਅਫੈਕਟਿਵ ਕੋਗਨੀਟਿਵ ਕਿਹਦੇ ਨਾਲ ਰਿਲੇਟਡ ਹੈ, ਆਪਣੀ ਨੌਲੇਜ ਬੇਸ ਨਾਲ ਹੈ, ਤੇ ਸਾਈਕੋਮੋਟਰ ਕੀ ਹੈ, ਸਕਿੱਲਸ ਨਾਲ ਹੈ। ਤਾਂ ਸਿੰਪਲ ਦਾ ਤੁਸੀਂ ਲਗਾ ਸਕਦੇ ਸੀ, ਸੀ ਆਦਾ ਸਹੀ ਆਂਸਰ। ਹਾਂ, ਮਲਚਿੰਗ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਆਪਾਂ ਸੋਇਲ ਨੂੰ ਇਰੋਜਨ ਤੋਂ ਬਚਾਉਂਦੇ ਹਾਂ। ਉਹਦੇ ਲਈ ਆਪਾਂ ਕਵਰ ਕਰਦੇ ਹਾਂ ਜਿਹੜੀਆਂ ਲੇਅਰਸ ਹੁੰਦੀਆਂ ਨੇ ਸੋਇਲ ਦੀਆਂ। ਠੀਕ ਹੈ, ਕਵਰਿੰਗ ਦੀ ਅਪਰ ਲੇਅਰ ਆਫ ਸੋਇਲ ਬਾय ਅ ਸ਼ੀਟ। ਠੀਕ ਹੈ, ਤਾਂ ਸਿੰਪਲ ਇਹਦਾ ਸੀ ਆਂਸਰ ਸਹੀ ਹੈ। ਏਮ ਆਫ ਸਾਇੰਟਿਫਿਕ ਨੌਲੇਜ ਕੈਨ ਬੀ ਕੰਸੀਡਰਡ ਟੂ ਬੀ ਰਿਅਲਾਈਜ਼ਡ ਇਫ ਪੀਪਲਸ ਵਟ, ਕਿ ਆਪਾਂ ਸਮਝਾਂਗੇ ਕਿ ਬੱਚਿਆਂ ਨੂੰ ਸਾਇੰਟਿਫਿਕ ਨੌਲੇਜ ਪੂਰੀ ਆ ਗਈ ਕਦੋਂ, ਜਦੋਂ ਉਹ ਆਇਡੈਂਟੀਫਾਈ ਜਾਂ ਪ੍ਰੈਡਿਕਟ ਕਰਨ ਲੱਗ ਜਾਣ, ਜਾਂ ਡਿਸਕ੍ਰਿਮੀਨੇਟ ਤੇ ਡਿਫਰੈਂਸ਼ੀਏਟ ਕਰਨ ਲੱਗ ਜਾਣ, ਐਕਸਪਲੇਨ ਕਰਨ, ਕੰਪਰੀਹੈਂਡ ਕਰਨ, ਜਾਂ ਰੀਕਾਲ ਤੇ ਰਿਕੋਗਨਾਈਜ਼ ਕਰਨ। ਐਸਾ ਕੁਝ ਨਹੀਂ ਹੈ, ਸਭ ਤੋਂ ਜ਼ਿਆਦਾ ਉਹ ਮੰਨਾਂਗੇ ਜਦੋਂ ਆਇਡੈਂਟੀਫਾਈ ਕਰ ਸਕਣ ਤੇ ਪ੍ਰੈਡਿਕਟ ਕਰ ਸਕਣ ਸਾਇੰਟਿਫਿਕ ਫੈਕਟ ਨੂੰ, ਉਦੋਂ ਆਪਾਂ ਮੰਨਾਂਗੇ ਕਿ ਉਹਨਾਂ ਨੂੰ ਸਹੀ ਸਾਇੰਟਿਫਿਕ ਨੌਲੇਜ ਆ ਗਈ। ਟੂ ਸੈਟੀਸਫਾਈ ਦ ਇਨਰ ਅਰਜ ਆਫ ਕਿਉਰਿਓਸਿਟੀ ਦਾ ਸਾਇੰਸ ਸਟੂਡੈਂਟਸ ਰੀਡ ਲਿਟਰੇਚਰ ਕਰੇਗਾ, ਐਂਟਰਟੇਨਮੈਂਟ ਵਾਲੇ ਪਲੇਸਿਸ ਤੇ ਜਾਏਗਾ, ਜਾਂ ਫਿਰ ਸਾਇੰਸ ਕਲੱਬ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰੇਗਾ, ਜਾਂ ਕਲੈਕਟ ਕਰੇਗਾ ਵਰਲਡ ਵਾਈਡ ਇਨਫੋਰਮੇਸ਼ਨ। ਤਾਂ ਸਭ ਤੋਂ ਬੈਸਟ ਆਂਸਰ ਜੋ ਹੈ, ਜਿੱਥੇ ਬੱਚਾ ਬਹੁਤ ਐਕਟਿਵ ਹੈ, ਉਹਦੀ ਕਿਉਰਿਓਸਿਟੀ ਉੱਥੇ ਹੀ ਜ਼ਿਆਦਾ ਹਨਾ ਮਤਲਬ ਸੈਟੀਸਫਾਈ ਹੋਏਗੀ। ਸੋ ਏ ਸੀ ਦਾ ਸਹੀ ਆਂਸਰ ਹੈ। In an artificial cloud formation, rainfall can be increased by adding ice crystal of silver iodide to cold cloud. The mode of rainfall ਇਹਦੇ ਵਿੱਚ ਇੰਨੇ ਮਿਕਸ ਆਂਸਰ ਹੈ, ਚਾਰੋਂ ਦੇ ਚਾਰੋਂ ਸਾਰੇ ਨੇ ਡਿਸਕਸ ਕਰਤੇ, ਕਈ ਟ੍ਰਾਂਸਫਾਰਮ ਕਹਿ ਰਹੇ हैं, ਕਈ ਡਾਇਨਾਮਿਕ, ਕਈ ਹਾਈਗਰੋਸਕੋਪ ਮੋਡ, ਕੁਝ ਵੀ ਨਹੀਂ ਹੈ। ਇਹਦਾ ਸਿੰਪਲ ਡੀ ਆਂਸਰ ਹੈ, ਸਟੈਟਿਕ ਮੋਡ ਬੋਲਦੇ ਆ, ਉਹਨਾਂ ਨੇ ਇੱਥੇ ਲਿਖਿਆ ਹੋਇਆ ਸਟੈਟਿਕ ਸੀਡ ਕਰਕੇ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਸਟੈਟਿਕ ਸੀਡ, ਸਟੈਟਿਕ ਮੋਡ ਹੁੰਦਾ ਹੈ। ਠੀਕ ਹੈ, ਇਹਦਾ ਤੁਸੀਂ ਸਹੀ ਆਂਸਰ ਲਗਾ ਸਕਦੇ ਹੋ। Science is objective in nature. It means that based on facts and theories that are testable and verifiable. Yes, science देखो objective ਦਾ ਮਤਲਬ ਕੀ ਹੁੰਦਾ ਹੈ, ਵੀ ਆਪਾਂ ਕੋਈ ਵੀ ਗੱਲ ਨੂੰ ਐਜ਼ ਇਟ ਇਜ਼ ਨਹੀਂ ਲੈ ਲੈਂਦੇ। ਠੀਕ ਹੈ, ਆਪਾਂ ਨੂੰ ਵੈਰੀਫਾਈ ਕਰਦੇ ਹਾਂ, ਉਹਨੂੰ ਚੈੱਕ ਕਰਦੇ ਹਾਂ, ਉਹਦੇ ਫੈਕਟਸ ਥਿਊਰੀਜ਼ ਨੂੰ ਆਪਾਂ ਚੈੱਕ ਕਰਦੇ ਹਾਂ। ਤਾਂ ਇਹਦਾ ਆਂਸਰ ਇਹੀ ਹੋਊਗਾ, ਬਾਕੀ ਦੇ ਸਭ ਦੇ ਵਿੱਚ ਨੋਟ ਹੈ ਤਾਂ ਉਹ ਨੈਗੇਟਿਵ ਆਂਸਰ। ਠੀਕ ਹੈ, ਅੱਗੇ ਦੇਖੋ, ਸਾਇੰਸ ਐਜ਼ ਅ ਪ੍ਰੋਸੈਸ ਕਵਰਸ ਦਾ ਮੈਥਡ ਬਾਈ ਵਿੱਚ, ਪਿਛਲੇ ਕੁਐਸਚਨ ਦੇ ਵਿੱਚ ਇਹਦਾ ਆਂਸਰ ਆ ਗਿਆ, cover the method by which contexts are established, by covers the method which facts are established। ਹੁਣੀ ਆਪਾਂ ਨੇ ਪੜਿਆ ਜਿਸ ਤਰ੍ਹਾਂ ਫੈਕਟਸ ਤੇ ਥਿਊਰੀਜ਼ ਵੈਰੀਫਾਈਬਲ ਤੇ ਟੈਸਟੇਬਲ ਹੁੰਦੀਆਂ ਨੇ। ਤਾਂ ਸੀ ਦਾ ਸਹੀ ਆਂਸਰ ਹੋ ਜਾਏਗਾ। an aim is a forcing that gives direction to an activity and motivates behavior। who said this? simple ਹੈ, statement based fact based question ਹੈ, ਜੌਨ ਡਿਊਈ ਨੇ ਇਹ ਗੱਲ ਕਹੀ ਹੋਈ ਹੈ। ਜੇ ਪਤਾ ਸੀ ਤਾਂ ਠੀਕ ਹੈ, ਨਹੀਂ ਤਾਂ ਓਕੇ ਰਿਪੋਰਟ। with the development of human civilization, biosphere transformed into human dominated environment। this is termed as a clear definition ਲਿਖੀ ਹੋਈ ਕਿ ਨੂਸਫੀਅਰ, ਇਹਨੂੰ ਨੂਸਫੀਅਰ ਕਹਿੰਦੇ ਨੇ। ਠੀਕ ਹੈ, ਤਾਂ ਇਹ ਸਹੀ ਆਂਸਰ ਹੈ। on the basis of nature which is not natural resource, ਕਈ ਲੋਕ ਕੁਝ ਵੀ ਲਗਵਾਈ ਜਾ ਰਹੇ ਨੇ, ਬਟ ਦੇਖੋ ਇਨਆਰਗੈਨਿਕ ਰਿਸੋਰਸ ਵੀ ਆਪਾਂ ਨੂੰ ਨੇਚਰ ਚ ਮਿਲਦੇ ਨੇ, ਆਰਗੈਨਿਕ ਵੀ। ਮੇਰੇ ਖਿਆਲ ਤੇ ਮਿਕਸਚਰ ਜੋ ਲਿਖਿਆ ਹੈ ਇਹ ਦੋਨਾਂ ਦਾ ਮਿਕਸਚਰ ਲਿਖਿਆ ਹੈ, ਡੀ ਤੇ ਏ ਦਾ। ਤੇ ਨੈਸ਼ਨਲ ਰਿਸੋਰਸ ਇੱਕ ਬਿਲਕੁਲ ਡਿਫਰੈਂਟ ਟਰਮ ਦੇਤੀ ਇਹਨਾਂ ਨੇ। ਠੀਕ ਹੈ, ਤਾਂ ਆਂਸਰ ਇਹਦਾ ਸੀ ਹੋਣਾ ਚਾਹੀਦਾ ਹੈ। ਵੁੱਡ ਕੀ ਹੈ, ਵੁੱਡ ਦੇਖੋ ਕਈ ਲੋਕ ਇਹਨੂੰ ਵੁੱਡ ਨੂੰ ਕੋਲ ਨਾਲ ਵੀ ਰਿਲੇਟ ਕਰ ਸਕਦੇ ਸੀ, ਨੌਨ ਰੀਨੇਬਲ ਚ ਵੀ ਲਾ ਸਕਦੇ ਸੀ, ਕਿਉਂਕਿ ਕੋਲ ਹੈ ਜੋ ਦੇਖੋ ਉਹ ਨੌਨ ਰੀਨੇਬਲ ਹੈ, ਆਪਾਂ ਨੂੰ ਪਤਾ ਹੈ ਵੀ ਖਤਮ ਹੋ ਰਿਹਾ ਹੈ ਵਾਲਾ ਸਰੋਤ ਹੈ ਜਿਹੜਾ। ਪਰ ਵੁੱਡ ਲੱਕੜ ਹੈ ਜਿਹੜੀ, ਇਹਨੂੰ ਇਹਨਾਂ ਨੇ ਰੀਨੇਬਲ ਰਿਸੋਰਸ ਦੇ ਵਿੱਚ ਹੀ ਰੱਖਿਆ ਹੋਇਆ ਹੈ। ਠੀਕ ਹੈ ਜੀ, ਤਾਂ ਇਹ ਜੋ ਸੀਰੀਜ਼ ਸੀਗੀ ਇਹ ਸੈੱਟ ਮੈਂ ਕਿਉਂ ਡਿਸਕਸ ਕੀਤਾ ਤੁਹਾਡੇ ਨਾਲ। ਠੀਕ ਹੈ, ਪੀਟੈਟ ਪੇਪਰ 2 ਈਵਨਿੰਗ ਸ਼ਿਫਟ ਦਾ। ਠੀਕ ਹੈ, ਤੇ ਸਾਇੰਸ ਦੇ ਆਪਾਂ ਕੁਐਸਚਨ ਡਿਸਕਸ ਕਰ ਲਏ 121 ਤੋਂ ਲੈ ਕੇ 150 ਤੱਕ। ਤਾਂ ਮੇਰੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਸਾਰੇ ਦੇ ਸਾਰੇ ਮੈਂ ਆਨਸਰ ਸਹੀ ਪ੍ਰੋਵਾਈਡ ਕਰਾਂ। ਠੀਕ ਹੈ, ਤੇ ਹੁਣ ਆਪਣੇ 3 ਆਨਸਰ ਕੀ ਡਿਸਕਸ ਹੋ ਚੁੱਕੀਆਂ ਨੇ, ਮੈਥ, ਸਾਇੰਸ ਤੇ ਆਪਣਾ ਸੀਡੀਪੀ 3 ਆਪਣੀ ਆਨਸਰ ਕੀ ਡਿਸਕਸ ਹੋ ਚੁੱਕੀਆਂ ਨੇ। ਇਹਦੇ ਤੋਂ ਤੁਸੀਂ ਕੁਐਸਚਨ ਆਪਣੇ ਚੈੱਕ ਕਰ ਸਕਦੇ ਹੋ, ਤੇ ਜਲਦ ਹੀ ਮੈਂ ਪੰਜਾਬੀ ਤੇ ਇੰਗਲਿਸ਼ ਦੀ ਵੀ ਲੈ ਕੇ ਆਉਂਦੀ ਹਾਂ। ਠੀਕ ਹੈ, ਤਾਂ ਫਿਰ ਤੁਹਾਨੂੰ ਇੱਕ ਕਲੀਅਰ ਆਈਡੀਆ ਹੋ ਜਾਏਗਾ ਕਿ ਤੁਸੀਂ ਇਹ ਵਾਲੇ ਪੇਪਰ 'ਚ ਕਿੱਥੇ ਕੁ ਸਟੈਂਡ ਕਰਦੇ ਹੋ। ਠੀਕ ਹੈ ਜੀ, ਚਲੋ ਠੀਕ ਹੈ ਫਿਰ
ਮਿਲਦੇ ਆ ਅਗਲੀ ਕਲਾਸ ਦੇ ਵਿੱਚ। ਟਿਲ ਦੈਨ ਟੇਕ ਕੇਅਰ ਐਂਡ ਚੈੱਕ ਯੂਰ ਆਂਸਰ ਐਂਡ ਕਮੈਂਟ ਸੈਕਸ਼ਨ 'ਚ ਦੱਸੋ ਤੁਹਾਡਾ ਕਿੰਨਾ ਸਕੋਰ ਬਣਿਆ। ਠੀਕ ਹੈ ਜੀ, ਚਲੋ ਓਕੇ ਬਾਏ।